D4 न्यूज़ देख रहे तमाम दोस्तों को दीपक भंडारी का नमस्कार। अमृतसर देहात की पुलिस की ओर से एक बड़े मामले का खुलासा किया गया है। दो अलग अलग मामले में आपको बता दें कि एक 5 जनवरी को एक वारदात होती है। ये थाना है, ये गांव है जस्तरवाल का गुरुद्वारा नानकसर, जिसमें बेअदबी की घटना होती है। तब पुलिस की ओर से व्यक्ति को गिरफ्तार किया जाता है और ये साजिश का पता लगाने के लिए इसकी गिरफ्तारी की गई थी कि आखिरकार क्या जो बेअदबी की घटनाएं हो रही हैं ये इसलिए कि किसी कोई साजिश का नतीजा तो नहीं है, इसके पीछे कौन लोग हैं। पुलिस की ओर से बड़ा खुलासा किया गया कि कई दिनों तक इस मामले की जांच की गई और जगह जगह भी खंगाला गया लोग आखिरकार ये कहां से आया था और कौन व्यक्ति था। अंत में पुलिस इस नतीजे पर पहुंची कि ये मामला जो है बेअदबी जो हुई थी इसमें किसी तरह की कोई साजिश नहीं थी। वह एक जो है वो मेंटल क्या कहा जा सकता है, मानसिक रूप से वो बीमार है। उसको अब अदालत में पेश भी कर दिया गया है और उसे इलाज के लिए मेंटल अस्पताल में भर्ती भी करवाया गया है। इसके अलावा एक और मामले में पुलिस को बड़ी सफलता मिली है। 25 दिसंबर को एक लूट होती है मेहता रोड के ऊपर, जहां ऐसा सामने आता है कि इस लूट में 22 लाख रुपया लूट लिया गया। उस मामले में एक ड्राइवर पकड़ा गया था जिसका खुलासा पहले ही पुलिस की ओर से किया गया था और बाद में 4 और लोगों को गिरफ्तार किया गया है। आइए जानते हैं, हमारे साथ हैं एसएसपी राकेश कौशल हैं। अभी उनसे बात करते हैं कि आखिरकार दोनों मामलों में पुलिस को किस तरह कामयाबी मिली। 5 जनवरी ਨੂੰ ਇੱਕ ਘਟਨਾ ਵਾਪਰੀ ਸੀ ਸਾਡੇ ਪਿੰਡੀ ਸਦਰ ਥਾਣੇ ਦੇ ਵਿੱਚ ਜਸਤਰਵਾਲ ਪਿੰਡ ਦੇ ਗੁਰਦੁਆਰਾ ਨਾਨਕਸਰ 'ਚ ਇੱਕ ਬੇਅਦਬੀ ਦੀ ਘਟਨਾ ਹੋਈ ਸੀ। ਇਹ 'ਚ ਅਸੀਂ ਇੱਕ ਆਦਮੀ ਪਕੜਿਆ ਸੀਗਾ ਔਰ ਮੈਂ ਤੁਹਾਡੇ ਅੱਗੇ ਉਹਨੂੰ ਬਕਾਇਦਾ ਪੇਸ਼ ਵੀ ਕੀਤਾ ਸੀਗਾ, ਉਦੋਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ ਬਾਅਦ ਮੈਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਬਹੁਤ ਸਾਰੇ ਨੁਮਾਇੰਦੇ ਆ ਕੇ ਮਿਲੇ। ਉਹਨਾਂ ਸਭ ਦੀ ਇੱਕੋ ਰਿਕੁਐਸਟ ਸੀਗੀ ਕਿ ਸਰ ਸਾਨੂੰ ਇਸ ਗੱਲ ਦੀ ਸੱਚਾਈ ਕੱਢ ਦਿਓ ਕਿ ਸਾਨੂੰ ਇਹ ਲੱਗਦਾ ਇਹ ਸਾਜ਼ਿਸ਼ ਹੈ, ਇੱਕ ਵੱਡੀ ਡੂੰਘੀ ਸਾਜ਼ਿਸ਼ ਹੈ, ਗਹਿਰੀ ਸਾਜ਼ਿਸ਼ ਹੈ, ਜਿਹਦੇ ਤਹਿਤ ਇਹ ਵੱਖ-ਵੱਖ ਗੁਰਦੁਆਰਾ ਸਾਹਿਬ 'ਚ ਇਹ ਘਟਨਾਵਾਂ ਵਾਪਰੀਆਂ ਔਰ ਇਹ ਜਿਹੜੇ ਬੰਦੇ ਹੈ ਇਹ ਆ ਕੇ ਸ਼ਰਾਰਤਾਂ ਕਰ ਰਹੇ ਨੇ। ਇਹ ਟ੍ਰੇਨ ਬੰਦੇ ਨੇ, ਕਈ ਕਿਸਮ ਦੀ ਗੱਲਾਂ ਹੋਈਆਂ। ਫਿਰ ਅਸੀਂ ਉਹਦੇ ਨਾਲ ਹੀ ਜਦੋਂ ਅਸੀਂ ਇਸ ਬੰਦੇ ਨੂੰ 12 ਘੰਟੇ ਦੀ ਕੜੀ ਮੁਸ਼ੱਕਤ ਦੇ ਬਾਅਦ ਜਿੰਦਾ ਸਹੀ ਸਲਾਮਤ ਕੱਢਿਆ ਸੀ ਇਹਨੂੰ, ਉਦੋਂ ਅਸੀਂ ਇੱਕ 11 ਮੈਂਬਰੀ ਕਮੇਟੀ ਬਣਾਈ ਸੀਗੀ ਉਸ ਇਲਾਕੇ ਦੀ ਔਰ ਬਾਕਾਇਦਾ ਅਸੀਂ ਉਸ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਇਹਨੂੰ ਲੈ ਕੇ ਆਏ ਸੀਗੇ, ਇੱਕ ਵਾਅਦਾ ਕਰਕੇ ਲੋਕਾਂ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਤੁਹਾਨੂੰ ਅਸੀਂ ਇਹਦੇ ਬਾਰੇ ਸਾਰੀ ਸੱਚਾਈ ਤੋਂ ਜਾਣੂ ਕਰਵਾਵਾਂਗੇ। ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਔਰ ਮੇਰੀ ਟੀਮ ਆਫ ਆਫਸਰਸ ਨੇ ਅਸੀਂ ਕਾਫੀ ਮਿਹਨਤ ਕੀਤੀ ਇਸ ਕੇਸ 'ਤੇ। ਵੱਖ-ਵੱਖ ਪਹਿਲੂਆਂ ਤੋਂ ਸਾਇੰਟੀਫਿਕ ਤਰੀਕੇ ਨਾਲ, ਮੈਡੀਕਲ ਤਰੀਕੇ ਨਾਲ ਅਸੀਂ ਇਸ ਗੱਲ ਦੀ ਗਹਿਰਾਈ 'ਚ ਜਾਣ ਦੀ ਕੋਸ਼ਿਸ਼ ਕੀਤੀ ਕਿ ਇਹ ਅਸਲ ਗੱਲ ਹੈਗੀ ਹੈ। ਇਹ ਬੰਦਾ ਕੋਈ ਟ੍ਰੇਨਡ ਆਦਮੀ ਹੈ ਜਿਹੜਾ ਜਾਣਬੁੱਝ ਕੇ ਬੇਅਦਬੀ ਕਰਨ ਆਇਆ ਜਾਂ ਇਹਦੇ ਪਿੱਛੇ ਕੋਈ ਹੋਰ ਗੱਲ ਆ। 40 ਦੇ ਕਰੀਬ ਮੈਂ ਟੀਮਾਂ ਬਣਾਈਆਂ, ਇਹਦੀਆਂ 40 ਫੋਟੋਆਂ ਅਸੀਂ ਡਿਵੈਲਪ ਕਰਾਈਆਂ। ਡਿਵੈਲਪ ਕਰਾ ਕੇ ਫੋਟੋਆਂ ਅਸੀਂ ਇਲਾਕੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਵੱਖ-ਵੱਖ ਪਿੰਡਾਂ 'ਚ ਟੀਮਾਂ ਭੇਜੀਆਂ ਇਹਨੂੰ ਆਇਡੈਂਟੀਫਾਈ ਕਰਨ ਵਾਸਤੇ ਔਰ ਆਇਡੈਂਟੀਫਾਈ ਕਰਦੇ ਅਸੀਂ ਬਿਲਕੁਲ ਸਹੀ ਨਤੀਜੇ 'ਤੇ ਪਹੁੰਚ ਗਏ ਹਾਂ, ਜਿੱਥੋਂ ਇਹ ਸਾਬਤ ਹੋ ਗਿਆ ਕਿ ਇਹ ਕੋਈ ਘਟਨਾ ਕਿਸੇ ਸਾਜ਼ਿਸ਼ ਦਾ ਨਤੀਜਾ ਨਹੀਂ ਸੀ। ਇਹ ਬੰਦਾ ਥੋੜ੍ਹਾ ਜਿਹਾ ਮੈਂਟਲੀ ਅਨਸਾਊਂਡ, ਸਿੱਧਾ ਕਹਿ ਲਓ, ਕਮਲਾ ਕਹਿ ਲਓ, ਪਾਗਲ ਕਹਿ ਲਓ, ਜੋ ਮਰਜ਼ੀ ਕਹਿ ਲਓ। ਆਪਾਂ ਡਿਫਰੈਂਟ ਨਾਵਾਂ 'ਤੇ ਪੰਜਾਬ 'ਚ ਅਸੀਂ ਇਹਨਾਂ ਲੋਕਾਂ ਨੂੰ ਜਾਣਦੇ ਹਾਂ, ਉਹਨਾਂ ਨੂੰ ਡਿਫਰੈਂਟ ਅਸੀਂ ਨਾਮ ਦਿੰਦੇ ਹਾਂ ਅਸੀਂ। ਔਰ ਫਿਰ ਅਸੀਂ ਇਹਦਾ ਬਿਲਕੁਲ ਪਿਛਲੇ ਸਾਲ 1.5 ਸਾਲ ਦਾ ਟਰੈਕ ਰਿਕਾਰਡ ਅਸੀਂ ਐਸਟੈਬਲਿਸ਼ ਕਰ ਲਿਆ ਕਿ ਜਿੱਥੋਂ ਸਾਨੂੰ ਪਤਾ ਲੱਗ ਸਕੇ ਕਿ ਇਹ ਬੰਦਾ ਕਿੱਥੇ ਆਇਆ, ਕਿੱਥੇ ਗਿਆ, ਕਿੱਥੇ ਨਹੀਂ ਗਿਆ। ਆਮ ਸਿੱਖ ਜਥੇਬੰਦੀਆਂ ਦੇ ਦਿਮਾਗ 'ਚ ਇਹ ਗੱਲ ਸੀਗੀ ਕਿ ਕਿਸੇ ਖਾਸ ਇੱਕ ਸਮੁਦਾਇ ਨਾਲ ਜੁੜੇ ਹੈ। ਉਹਨਾਂ ਨੇ ਇੱਕ ਟੀਮ ਬਣਾਈ ਆ, ਇਹਨਾਂ ਨੂੰ ਟ੍ਰੇਨ ਕੀਤਾ ਗਿਆ, ਟ੍ਰੇਨ ਕਰਕੇ ਵੱਖ-ਵੱਖ ਗੁਰਦੁਆਰਿਆਂ 'ਚ ਭੇਜਿਆ ਗਿਆ ਕਿ ਤੁਸੀਂ ਜਾ ਕੇ ਉੱਥੇ ਇਹੋ ਜਿਹੀਆਂ ਬੇਅਦਬੀ ਘਟਨਾ ਕਰੋ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ। ਸੋ ਮੇਰੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਇਹੀ ਹੈ, ਇਸ ਚੀਜ਼ ਤੋਂ ਪਰਦਾ ਚੁੱਕਣਾ ਔਰ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ, ਸਾਰੀ ਸਿੱਖ ਸੰਗਤ ਨੂੰ, ਸਾਰੇ ਸਿੱਖ ਜਥੇਬੰਦੀਆਂ ਨੂੰ ਜਾਣੂ ਕਰਵਾਉਣਾ ਕਿ ਇਹ ਸਾਜ਼ਿਸ਼ ਨਹੀਂ ਸੀ। ਇਹ ਬੰਦਾ ਤਕਰੀਬਨ ਪਿਛਲੇ ਸਾਲ ਸਵਾ ਸਾਲ ਦੇ ਵਿੱਚ 5 ਜਗ੍ਹਾ 'ਤੇ ਰਿਹਾ ਹੈ
ਇਸ ਕਿਸਮ ਦੇ ਮੈਨੂੰ ਪਤਾ ਲੱਗਾ ਕਿ ਬਹੁਤ ਸਾਰੇ ਲੋਕ ਬਾਰਡਰ ਰੇਂਜ 'ਚ ਆ ਜਾਂਦੇ ਨੇ ਜਾਂ ਲੈ ਆਉਂਦੇ ਜਾਂਦੇ ਨੇ। ਇਹਨਾਂ ਕੋਲੋਂ ਲੋਕ ਆਪਣੇ ਘਰਾਂ 'ਚ, ਆਪਣੀ ਬੈਂਕਾਂ 'ਤੇ, ਆਪਣੇ ਡੇਰਿਆਂ 'ਚ ਕੰਮ ਕਰਵਾਉਂਦੇ ਨੇ। ਕੋਈ ਬਹੁਤਾ ਇਹਨਾਂ ਨੂੰ ਟੈਕਨੀਕਲ ਜਾਂ ਉਹੋ ਜਿਹਾ ਕੰਮ ਨਹੀਂ ਦਿੱਤਾ ਜਾਂਦਾ। ਡੰਗਰਾਂ ਦੀ ਸਾਂਭ ਸੰਭਾਲ ਦਾ ਕੰਮ, ਜਾਨਵਰਾਂ ਦੀ, ਖੇਤਾਂ 'ਚ ਕੋਈ ਫਸਲ ਬੀਜਣ ਦਾ, ਕੱਟਣ ਦਾ ਕੰਮ ਉਹ ਕਰਾਇਆ ਜਾਂਦਾ। ਇੱਕ ਆਦਮੀ ਹੈ ਪਰਮਜੀਤ ਸਿੰਘ ਪੰਮਾ, ਪੁੱਤਰ ਮੁਖਤਾਰ ਸਿੰਘ, ਵਾਸੀ ਕੱਕੜ ਲੋਪੋਕੇ। ਇਹ ਆਦਮੀ ਨੇ ਉਹਦੇ ਕੋਲ ਤਕਰੀਬਨ 1.25 ਸਾਲ ਕੰਮ ਕੀਤਾ। ਪਿਛਲੇ ਸਮੇਂ ਦੌਰਾਨ ਇਹਨੇ 1.25 ਸਾਲ ਉਹਦੇ ਕੋਲ ਕੰਮ ਕੀਤਾ। ਉਸ ਸਮੇਂ ਦੌਰਾਨ ਉਹਦੇ ਘਰ ਦੇ ਸਾਰੇ ਕੰਮ ਇਹ ਕਰਦਾ ਰਿਹਾ। ਜਦੋਂ ਮੈਂ ਵੀ ਇਹਦੀ ਜਾ ਕੇ ਪੁੱਛਗਿੱਛ ਕੀਤੀ ਤਾਂ ਕਹਿੰਦਾ ਸੀ कि वो बाबू जी मुझसे बाबा जी कहता बोलते, बाबा जी मुझसे बहुत काम करवाते थे, गुहा उठाते थे, गाय भैंसों का दूध निकलवाते थे और मुझे कई बार खाना भी पूरा नहीं मिलता था। सो इन्होंने लोगों को ये लिया के घर च काम करने ला लेंगे, उन्होंने कोलों काम करवा के रोटी दे छड़ते हैं। होर कोई पैसा धेला या कोई आप कोई इन्होंने पगार या कोई इन्होंने इनकम नहीं देते। इस तो बाद इस तरह एक आदमी मनप्रीत सिंह है, वासी बच्ची पिंड, थाना लोपोगे। रशपाल सिंह वासी जसरवाल, राणा वासी उमरपुरा और गुरतेज सिंह उर्फ तेजा। इन्हों के घर च भी ये पिछले महीने के दौरान किसी घर 10 दिन रहा, किसी घर 5 दिन रहा, किसी घर कुछ दिन रहा। और ये मैनू पुछगिछ कहता सीगा कि मुझे बाबा जी ने बहुत खाना खिलाया। जिथे असीं दी पुछगिछ कर रहे जिस कमरे बैठ के, उत्थे गुरु महाराज की फोटो लगी सी। बकायदा उन्होंने देख के बड़ी ये मन च शरधा सी और बड़ी शरधा ने बोल रहा सीगा कि मुझे बाबा जी ने बहुत खाना खिलाया, मैंने बहुत खाना खाया। मतलब करता सीगा कि जाके उत्थे गुरुद्वारा साहब च जो भी लंगर होना, इन्हें लंगर अपना खा के आया इन्होंने। यदी कोई मंशा जाके जान बुझ के बेअदबी करने की नहीं सी। गुरुद्वारा साहब खुला सीगा, वो ग्रंथी सिंह जी की गलती सीगी कि वो काफ़ी घंटे 5-7 घंटे गुरुद्वारा साहब खुला छड़ के वो पिंड च किसी घर चले गए। और उस दौरान इन्हें खाली देखा गुरुद्वारा साहब, और ये अंदर जाके इन्हें महाराज के वस्तुओं नाल, पवित्र वस्तुओं नाल इन्हें छेड़छाड़ की। चौर साहब चुकया, श्री साहब ने चुकया, रुमाला साहब चुकया, महाराज की देह नूं बीड़ साहब ने चुक के इन्हें एक होर टेबल ते इत्थे प्रसाद वाला टेबल आ उत्थे रखिया। बाहर जो आया तो लोगों ने ये हथ च चौर साहब देखा, जो शक पिया तो उन्होंने इन्हूं फड़ लिया। फड़ के तुहानूं पता तो बड़ी उग्र भीड़ सी 400-500 की। वो बाकी थावां वांग जिवें कपूरथले होया, गोल्डन टैंपल च होया, इन्हूं सज़ा देना चाहते सी, बट असी बड़ी मेहनत नाल, बड़ी सूझबूझ नाल असीं इन्हूं उत्थों असीं बाहर कढ सके, असीं लैके आ सके। जदों लैके आंदा सी उदों असीं उस इलाके की एक 11 मैंबरी कमेटी भी बनाई सी, मोहतर बंदियां दी, जिहड़े बंदे इस चीज़ नाल गुरु घर नाल जुड़े ने। और असीं सारी तफ्तीश पिछले 1 हफ्ते दौरान तो वध दे समय दौरान असीं उन्हां दे बिल्कुल देख रेख च उन्हां दे सामने कीती है। जे असीं इहनूं हस्पताल लै गए तो उन्हां दे बंदे नाल गए, जे असीं इहनूं किते होर लै गए तफ्तीश वास्ते तो उत्थे भी असीं इहनूं नाल लै गए इहनूं असीं। वो कमेटी हुण पूरी तरह नाल सैटिस्फाइड आ। मैनूं खुद ही कह गए कि सर असीं सैटिस्फाइड आ जी, ये कोई साजिश जां कोई इहो जी गलबात नहीं है। ये जिहड़ी बेअदबी घटना इस पागल ने, इस बेवकूफ़ ने एवें कर दी, जिसदा माहौल जिहड़ा सीगा बहुत खराब हो सकदा सीगा। खुशकिस्मत असीं और पंजाब भी कि ये मौके ते पकड़िया गया, जींदा रहा, असीं इहदी पुछगिछ कर सके, सारी ट्रेल असीं एस्टैबलिश कर सके। जे ना करते तो शायद पता नहीं किन्नियां रूमर्स नूं जन्म मिलता, किन्नियां गल्लां तरह तरह दी हुंदियां, किन्ना कुछ हुंदा। सो हुण असीं इहनूं परसों कोर्ट 'च पेश कीता सीगा। जज साहब ने इन्हां काफ़ी सवाल कीते, उन्हां दा डिटेल ऑर्डर है, तुसीं पढ़ोगे, वो च भी लिखिया उन्होंने कि ये बंदा मेरे सवालों के भी कई सही जवाब नहीं दे पा रहा। सो उन्होंने इनू परसों का जोड़ा मैंटल हॉस्पिटल आ उहदे विच साडे राहीं दाखल करवाया है। अज असीं डॉक्टर साहब तो वो रिपोर्ट लई है। डॉक्टर साहब ने सानू यही कहा, अज असीं दोबारा इन्हूं कोर्ट पेश करांगे। जज साहब ने यही कहा कि ये जिहड़ा हैगा बंदा
ਇਹਨੂੰ ਤੁਸੀਂ ਉੱਥੇ ਰੱਖੋ। ਔਰ ਅੱਜ ਡਾਕਟਰ ਸਾਹਿਬ ਨੇ ਵੀ ਕਿਹਾ ਇਹਨੂੰ ਇੱਕ ਹਫ਼ਤੇ ਬਾਅਦ ਸਾਨੂੰ ਹੋਰ ਭੇਜਿਆ ਜਾਏ ਤਾਂ ਕਿ ਅਸੀਂ ਪੂਰੀ ਤਰ੍ਹਾਂ ਸਰਟਨ ਕਰ ਸਕੀਏ ਕਿ ਇਹ ਵਾਕਈ ਮੈਂਟਲੀ ਸਾਊਂਡ ਆ ਜਾਂ ਅਨਸਾਊਂਡ ਆ। ਸੋ ਮੈਂ ਇਹੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ। ਬਹੁਤ ਸੈਂਸਿਟਿਵ, ਬਹੁਤ ਇੰਪੋਰਟੈਂਟ ਮਸਲਾ ਹੈਗਾ ਇਹ ਕਿ ਇਹ ਕੋਈ ਬੇਅਦਬੀ ਘਟਨਾ ਕਿਸੇ ਸਾਜ਼ਿਸ਼ ਦਾ ਨਤੀਜਾ ਨਹੀਂ ਹੈ, ਬਲਕਿ ਇਸ ਬੰਦੇ ਦੀ ਆਪਣੇ ਕਰੈਕਟਰ ਕਾਰਨ, ਇਹਦੀ ਮੈਂਟਲ ਕੰਡੀਸ਼ਨ ਕਾਰਨ ਕਹਿ ਲਓ ਕਿ ਇਹਨੂੰ ਪਤਾ ਨਹੀਂ ਸੀ ਕਿ ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਹੈਗਾ। ਅਸੀਂ ਨੇ ਪੁੱਛਿਆ ਵੀ ਤੂੰ ਕਿਉਂ ਕੀਤਾ ਹੈਗਾ, ਹੀ ਕੁਡ ਨਾਟ ਰਿਪਲਾਈ ਐਸ ਕਿ ਮੈਂ ਕਿਉਂ ਇਹ ਕੀਤਾ, ਮੇਰੇ ਮਨ 'ਚ ਕੀ ਸੀਗਾ ਕਿ ਨਹੀਂ। ਇਹ ਤਾਂ ਆਪਣੇ ਹਿਸਾਬ ਨਾਲ ਗਿਆ, ਜੋ ਉਹਨੂੰ ਨਜ਼ਰ ਆਇਆ ਇਹ ਕਰੀ ਗਿਆ। ਇਹਦੇ ਵਿੱਚ ਇਹਦੀ ਕੋਈ ਬਦਨੀਤੀ ਜਾਂ ਅਸੀਂ ਕਹਿ ਲਈਏ ਕੋਈ ट्रेंड हो गया होए, कोई साजिश पिछे होए, ऐसी कोई गल नहीं। ये सिर्फ इस करके अंदर चला गया क्योंकि गुरुद्वारा साहब के दरवाजे खुले सीगे तो उत्थे कोई भी नहीं सीगा। कोई नहीं सीगा सर। दी पहचान हुण प्रॉपर हो गई है जी? प्रॉपर दी पहचान वही जो दस रहा सानू उत्थों अजे तक वैस्ट बंगाल का रिस्पॉन्स नहीं आई है प्रॉपर। कोई जवाब नहीं आया? नहीं, कोई जवाब नहीं आया। असीं बहुत संपर्क किया, उन्होंने मेल्स भी कीतियां हैगियां, उन्होंने WhatsApp मैसेज भी कीते है। बट ये श्योर है कि ही इज़ ए मुस्लिम और रोहिंग्या मुस्लिम है। ਤੇ ਇਹਦਾ ਕੋਈ ਪਰਿਵਾਰਕ ਮੈਂਬਰ ਵੀ ਕੋਈ ਸਾਹਮਣੇ ਨਹੀਂ ਆਇਆ? नहीं, कोई ऐसी सानू ਇਹਦੀ पहचान नहीं हो सकी, ना ਅਸੀਂ ਇਹਦੀ फैमिली बारे ਅਸੀਂ एस्टैबलिश कर पाए हैं। और ਮੈਨੂੰ एक होर गल दसी गई है ऑफ द रिकॉर्ड मेरे ऑफिसर्स वालों जिन्हों ने इस बॉर्डर इलाके काम किया, वो कहते ਇਹੋ ਜਿਹੇ बहुत सारे लोग बहुत सारे घरां 'ਚ काम करते हैं तो जिवें ये सर्दियां आंदियां तो बहुत सारिया डैड बॉडीज़ भी इस इलाके 'ਚ मिलदियां ने। ਜਦੋਂ ਠੰਡ ਦਾ ਮਰ ਜਾਂਦੇ ਆ ਜਾਂ ਕੁਝ ਹੋ ਜਾਂਦਾ ਤੇ ਉਹ ਘਰ ਦੇ ਲੋਕ ਉਹਨਾਂ ਨੂੰ ਰਜਾਈ 'ਚ ਲਪੇਟ ਕੇ ਕੁਝ ਕਰਕੇ ਤੇ ਸੜਕ ਦੇ ਕੰਢੇ ਜਾਂ ਕਿਸੇ ਜਗ੍ਹਾ ਤੇ ਪਿੰਡ ਦੇ ਬਾਹਰ ਕਿਤੇ ਰੱਖ ਦਿੰਦੇ ਆ। ਸਰ ਆਮ ਤੌਰ ਤੇ ਪੁਲਿਸ ਵੱਲੋਂ ਹਮੇਸ਼ਾ ਕਿਹਾ ਜਾਂਦਾ ਜੀ ਵੀ ਕੋਈ ਵੀ ਬੰਦਾ ਰੱਖਿਆ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਉਣੀ ਚਾਹੀਦੀ ਪੁਲਿਸ ਵੱਲੋਂ, ਤੇ ਇਹਦੀ ਕਿਤੇ ਵੈਰੀਫਿਕੇਸ਼ਨ ਕਰਾਈ ਸੀ? ਤੁਸੀਂ ਦੱਸਿਆ ਵੀ 5 ਇਹ ਟੋਟਲ ਗਲਤੀ ਹੈ ਉਹਨਾਂ ਲੋਕਾਂ ਦੀ। ਇਹ ਸਾਡੇ ਵੱਲੋਂ ਕਲੀਅਰ ਇੰਸਟਰਕਸ਼ਨ ਨੇ ਕਿ ਤੁਸੀਂ ਕਿਸੇ ਅਜਨਬੀ ਨੂੰ, ਕਿਸੇ ਸਰਵੈਂਟ ਨੂੰ, ਕਿਸੇ ਬੰਦੇ ਨੂੰ ਇੰਪਲੋਈ ਕਰਦੇ ਹੋ ਤਾਂ ਉਹਦੀ ਸਾਡੇ ਕੋਲ ਬਕਾਇਦਾ ਪੁਲਿਸ ਵੈਰੀਫਿਕੇਸ਼ਨ ਕਰਾਓ। ਅਗਰ ਇਹ ਕਰਵਾਈ ਹੁੰਦੀ ਤੇ ਸ਼ਾਇਦ ਇਹ ਮਸਲਾ ਇਸ ਤੱਕ ਨਾ ਪਹੁੰਚਦਾ। ਸਰ ਜਿਹੜਾ ਰੋਹਿੰਗਿਆ ਮੁਸਲਮਾਨ ਨਾਮ ਕੀ ਸਰ? ਅਸੀਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ। ਦੇਖੋ ਉਹਦੇ 'ਚ ਥੋੜ੍ਹਾ ਜਿਹਾ ਸੈਂਸਿਟਿਵ ਮਾਮਲਾ ਸੀਗਾ, ਸੋ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਇਹ ਗੱਲ 11 ਮੈਂਬਰੀ ਕਮੇਟੀ 'ਚ ਛੱਡਦੀ ਸੀਗੀ, ਤੁਸੀਂ ਸਾਨੂੰ ਦੱਸੋ ਅਸੀਂ ਕੀ ਕਰੀਏ ਕੀ ਨਹੀਂ ਕਰੀਏ। ਸੋ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਜਿਹੜੇ ਬੰਦਿਆਂ ਨੇ ਇਹਨੂੰ ਰੱਖਿਆ ਸੀਗਾ ਜਾਂ ਜਿਨ੍ਹਾਂ ਨੇ ਉਹਦਾ ਸਹੀ ਪਿਕਚਰ ਸਾਡੇ ਸਾਹਮਣੇ ਜਾਂ ਲੋਕਾਂ ਸਾਹਮਣੇ ਉਸ ਰਾਤ ਨੂੰ ਵੀ 5 ਦੀ ਦੁਪਹਿਰ ਰਾਤ ਤੱਕ ਉਹਨਾਂ ਨੇ ਪੇਸ਼ ਨਹੀਂ ਕੀਤੀ, ਉਹਨਾਂ ਨੂੰ ਬਕਾਇਦਾ ਉਹ ਧਾਰਮਿਕ ਤੌਰ 'ਤੇ ਤਨਖਾਹ ਲਾ ਰਹੇ ਆ, ਗੁਰਦੁਆਰੇ ਸੇਵਾ ਲਗਾ ਰਹੇ ਆ, ਬਾਕੀ ਲਗਾ ਰਹੇ ਆ। ਸੋ ਵੀ ਇਨ ਪੰਜਾਬ ਵੀ ਹੈਵ ਅ ਡਿਫਰੈਂਟ ਕਲਚਰ। ਹਰ ਚੀਜ਼ ਜਿਹੜੀ ਆ ਉਹ ਪੁਲਿਸ ਕਾਰਵਾਈ ਨਾਲ ਹੀ ਨਹੀਂ ਖਤਮ ਹੁੰਦੀ। ਨਾਮ ਕਿਸ ਲੜਕੇ ਦਾ? ਦਾ ਸੀਗਾ ਜੇਦਲਾਲ ਸਨ ਆਫ ਰਫੀਕ ਗੁਲ। ਅੱਛਾ, ਜਿਵੇਂ ਜੇਦਰੋਲ ਵੈਸਟ ਬੰਗਾਲ, ਵਾਸੀ ਮਾਲਦਾ ਵੈਸਟ ਬੰਗਾਲ। ਸਰ ਜਿਵੇਂ ਕੋਈ ਉਧਰੋਂ ਕੋਈ ਪੁਲਿਸ ਵੱਲੋਂ ਕੁਝ ਜਵਾਬ ਨਹੀਂ ਆਇਆ ਜੀ, ਤੇ ਸਰ ਅੰਮ੍ਰਿਤਸਰ ਦੀ ਪੁਲਿਸ ਕੋਈ ਪਾਰਟੀ ਬਣਾ ਕੇ ਉੱਥੇ ਭੇਜ ਰਹੀ ਹੈ ਜੀ ਇਹਦੇ ਬਾਰੇ ਇਨਵੈਸਟੀਗੇਟ ਕਰਨ ਵਾਸਤੇ, ਜਾਂ ਇਹਨੂੰ ਇੱਥੇ ਮਾਮਲੇ ਨੂੰ? ਜੇ ਸਾਨੂੰ ਇਸ ਮਾਮਲੇ 'ਚ ਕਿਸੇ ਸਾਜ਼ਿਸ਼ ਦੀ ਬੂ ਆਉਂਦੀ ਜਾਂ ਕੋਈ ਐਸੀ ਗੱਲ ਹੁੰਦੀ ਤੇ ਮੈਂ ਜ਼ਰੂਰ ਪਾਰਟੀ ਭੇਜਦਾ। ਸਰ ਜਿਵੇਂ ਬਟ ਹੁਣ ਸਾਨੂੰ ਸਟੈਬਲਿਸ਼ ਹੀ ਹੋ ਗਿਆ ਕਿ ਇਹ ਤੇ 1.5 ਸਾਲ ਤੋਂ ਸਵਾ ਸਾਲ 1.5 ਸਾਲ ਤੋਂ ਇਸ ਇਲਾਕੇ 'ਚ ਘੁੰਮ ਰਿਹਾ। ਜਿਵੇਂ ਤੁਸੀਂ 25 ਤਰੀਕ ਤੱਕ ਕਿੱਥੇ ਸੀਗਾ, 25 ਤੋਂ 30 ਤੱਕ ਕਿਤੇ ਹੋਰ ਸੀਗਾ, 31 ਨੂੰ ਕਿਸੇ ਨੇ ਛੱਡਤਾ, 2 ਤੱਕ ਕਿਸੇ ਦੇ ਘਰ ਰਿਹਾ, 4 ਨੂੰ ਕਿਸੇ ਘਰ ਦਾ। मतलब बेचारा ये कहता सीगा कि बाबूजी बहुत भैंसें गायें हैं उनके पास, बाबा जी बहुत दूध है पर मुझे पीने को भी दूध नहीं देते थे। तो बेसिकली रोटी दे अपने जुगाड़ वास्ते ये अपने पेट की अग्नि शांत करने वास्ते उत्थे काम करता सीगा। मैनू इस गल 'च कोई मैनू या मेरे टीम ऑफ ऑफिसर्स नू सानू अमृतसर रूरल पुलिस नू ਇਹ 'ਚੋਂ ਕੋਈ ਵੀ ਸਾਜ਼ਿਸ਼ ਦੀ ਬੋ ਜਿਹੜੀ ਆ ਉਹ ਨਹੀਂ ਆ ਰਹੀ। ਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਪੁਲਿਸ ਦੇ ਏਰੀਆ 'ਚ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਸਭ ਤੋਂ ਪਹਿਲੇ ਕਿਹਾ ਗਿਆ ਕਿ 25 ਲੱਖ ਦੀ ਜਿਹੜੀ ਹੈ ਖੋਹ ਹੋਈ ਹੈ। ਸੋ ਤੁਰੰਤ ਬੁੱਟਰ ਪਿੰਡ ਦੇ ਕੋਲ ਐਸਟੋ ਮਹਿਤਾ DSP ਜੰਡਿਆਲਾ, ਅੱਜ ਅਨਫੋਰਚੂਨੇਟਲੀ ਹੀ ਇਜ਼ ਨਾਟ ਵੈਲ, ਸੋ ਇਹਨਾਂ ਨੂੰ ਸਪੌਟ 'ਤੇ ਭੇਜਿਆ। ਮੈਂ ਆਪਣੀ CI ਦੇ ਇੰਸਪੈਕਟਰ SPD ਸਾਹਿਬ DSP ਦੀ ਆਪਣੀ ਟੀਮਾਂ ਭੇਜੀਆਂ। ਜਦੋਂ ਜਾ ਕੇ ਤਸਦੀਕ ਕੀਤੀ ਤਾਂ ਉੱਥੇ ਨਜ਼ਰ ਆਇਆ ਕਿ 25 ਚੋਂ 3 ਲੱਖ ਤਾਂ ਉੱਥੇ ਬਚ ਗਿਆ ਸੀਗਾ। ਉਹਦਾ ਡਰਾਈਵਰ ਸੀਗਾ, ਉਹਦੇ ਨਾਲ ਜਿਹੜਾ ਦੂਸਰਾ ਆਦਮੀ ਸ਼ਖਸ ਸੀਗਾ, ਉਹਨਾਂ ਦੀ ਜੇਬ 'ਚ ਹੀ ਜੈਕਟਾਂ ਦੇ 3 ਲੱਖ ਰੁਪਇਆ ਪਿਆ ਰਹਿ ਗਿਆ ਸੀਗਾ। ਵੀ ਰਜਿਸਟਰਡ ਕੇਸ ਆਫ 22 lakhs
ਉਹਦੀ ਬਕਾਇਦਾ ਅਸੀਂ ਤਫਤੀਸ਼ ਸ਼ੁਰੂ ਕੀਤੀ। ਇਟ ਵਾਜ਼ ਏ ਟੋਟਲੀ ਬਲਾਈਂਡ ਕੇਸ। ਬਹੁਤ ਜ਼ਿਆਦਾ ਸਾਨੂੰ ਉਹ 'ਤੇ ਮਿਹਨਤ ਕਰਨੀ ਪਈ। ਮਿਹਨਤ ਕਰਕੇ ਕਰਦੇ ਅਸੀਂ SHO ਮਹਿਤਾ ਜਿਹੜੇ ਕਮੈਂਡੇਬਲ ਜੋਬ। ਜਦੋਂ ਅਸੀਂ ਤਫਤੀਸ਼ ਕੀਤੀ ਤਾਂ ਪਹਿਲੇ ਸਟੈਪ ਤੋਂ ਹੀ ਮੇਰੇ ਦਿਮਾਗ 'ਚ ਇਹ ਗੱਲ ਕਲੀਅਰ ਸੀ ਕਿ ਹੋ ਨਾ ਹੋ ਜਿਹੜੇ ਲੁਟੇਰੇ ਹੈ, ਜਿਹੜੇ ਰੋਬਰਸ ਨੇ, ਉਹ ਇਹਨਾਂ ਦੇ ਬਟਾਲੇ ਤੋਂ ਹੀ ਪਿੱਛਾ ਕਰਦੇ ਆਏ ਹੈ। ਇਹ ਨਹੀਂ ਹੋ ਸਕਦਾ ਕਿ ਇੱਕ ਦੋ ਆਦਮੀ ਪੈਸੇ ਲੈ ਕੇ ਚੱਲਣ ਅਤੇ ਰਸਤੇ 'ਚ ਉਹਨਾਂ ਨੂੰ ਇੱਕ ਜਗ੍ਹਾ ਸੂਟੇਬਲ ਦੇਖ ਕੇ ਉੱਥੇ ਘੇਰ ਕੇ ਪੈਸੇ ਖੋਲ੍ਹੇ ਜਾਣ। ਇਹਦੇ 'ਚ ਕੋਈ ਨਾ ਕੋਈ ਸਿਸਟਮ ਦੇ ਵਿੱਚ ਉਹ ਬੰਦਾ ਜਿਹੜਾ ਜ਼ਰੂਰ ਸ਼ਾਮਲ ਹੈਗਾ। ਸੋ ਵੀ ਵਰਕ ਹਾਰਡ ਔਨ ਦੈਟ। ਉਹ ਕਰਦੇ ਅਸੀਂ ਜਿਹੜਾ ਉਹਨਾਂ ਦਾ ਡਰਾਈਵਰ ਸੀਗਾ, ਅਸੀਂ ਉਹ 'ਤੇ ਜ਼ੀਰੋ ਔਨ ਕੀਤਾ। ਮੈਂ ਥੋੜ੍ਹਾ ਤੁਹਾਨੂੰ ਖੁਲਾਸਾ ਕਰ ਦਿੰਦਾ ਵੀ ਹਾਊ ਡਿਡ ਵੀ ਦਿਸ ਜਿਹੜਾ ਉਹਨਾਂ ਦਾ ਘਰ ਸੀਗਾ, ਜਿਨ੍ਹਾਂ ਦੇ ਪੈਸੇ ਸੀਗੇ, ਉਹਨਾਂ ਦੇ ਘਰ ਦੇ ਆਸ-ਪਾਸ ਅਸੀਂ CCTV ਫੁਟੇਜ ਸਾਰੀ ਖੰਗਾਲੀ ਅਸੀਂ। ਦੈਨ ਵੀ ਫਾਊਂਡ ਆਊਟ ਕਿ ਉਹ 'ਚ ਇੱਕ ਕਾਰ ਸੀਗੀ, ਮਾਰੂਤੀ ਸੁਜ਼ੂਕੀ ਐਸਪ੍ਰੈਸੋ, ਨੰਬਰ ਸੀਗਾ ਉਹਦਾ PB 18W 3235। ਉਹ ਕਾਰ ਉਸ ਘਰ ਦੇ ਆਸ-ਪਾਸ ਪਿਛਲੇ ਕ੍ਰਾਈਮ ਤੋਂ 4-5 ਦਿਨ ਪਹਿਲੇ ਵੀ ਦੇਖੀ ਗਈ। ਠੀਕ ਹੈ ਜੀ। ਉਹ ਤੋਂ ਅਸੀਂ ਲੀਡ ਕਰਦੇ ਵੀ ਡਵੈਲਡ ਔਨ ਜਿਹੜਾ ਡਰਾਈਵਰ ਹੈਗਾ ਇਹ ਤਾਂ ਸ਼ਾਮਲ ਆ, ਪਰ ਇਸ ਡਰਾਈਵਰ ਦੇ ਨਾਲ ਹੋਰ ਵੀ ਜਿਹੜੇ ਬੰਦੇ ਨੇ ਉਹ ਇਸ ਕੰਮ 'ਚ ਸ਼ਾਮਲ ਨੇ। ਡਰਾਈਵਰ ਆ ਹਰਵਿੰਦਰ ਸਿੰਘ ਕਾਲਾ ਉਰਫ ਕਾਲਾ। ਇਸ ਕੇਸ 'ਚ ਟੋਟਲ 5 ਬੰਦੇ ਸ਼ਾਮਲ ਸੀਗੇ ਜਿਨ੍ਹਾਂ ਨੇ ਕ੍ਰਾਈਮ ਕੀਤਾ। ਗੁਰਵਿੰਦਰ ਸਿੰਘ ਉਰਫ ਸੇਠੀ ਵਾਸੀ ਭੁੱਲਰ, ਨਿਰਮਲ ਸਿੰਘ ਨਿੰਮਾ ਵਾਸੀ ਅੱਡਾ ਕੋਟਲੀ ਸੂਰਤ ਮਲੀਆਂ, ਸੁਖਪ੍ਰੀਤ ਸਿੰਘ ਵਾਸੀ ਵੜੈਚ, ਹਰਵਿੰਦਰ ਸਿੰਘ ਕਾਲਾ ਡਰਾਈਵਰ ਔਰ ਅਮਰਜੀਤ ਸਿੰਘ ਉਰਫ ਅਮਰੂ ਵਾਸੀ ਭੁੱਲਰ। ਇਹਨਾਂ ਨੇ ਮਿਲ ਕੇ ਪਲੈਨਿੰਗ ਕੀਤੀ ਸੀਗੀ ਕਿ ਪੈਸੇ ਬਹੁਤ ਜਾਣੇ ਆ, ਅਸੀਂ ਗੱਡੀਆਂ ਖਰੀਦਣ ਜਾਣਾ ਅਤੇ ਰਸਤੇ ਤੁਸੀਂ ਖੋਹ ਕਰ ਲਓ, ਕਿਹੜਾ ਕਿਸੇ ਨੂੰ ਪਤਾ ਚੱਲਣਾ ਕਿ ਟੈਕਨੀਕਲੀ, ਸਾਇੰਟੀਫਿਕਲੀ ਔਰ ਹਿਊਮਨ ਇੰਟੈਲੀਜੈਂਸ ਤਿੰਨਾਂ ਚੀਜ਼ਾਂ ਨਾਲ ਅਸੀਂ ਕੰਮ ਕੀਤਾ। ਕੰਮ ਕਰਕੇ ਅਲਟੀਮੇਟਲੀ ਅਸੀਂ ਡਰਾਈਵਰ ਨੂੰ ਪਕੜ ਕੇ ਅਸੀਂ ਉਹ ਤੋਂ 3 ਤਰੀਕ ਨੂੰ ਅਸੀਂ ਉਹਦੇ ਕੋਲੋਂ ਸਾਰਾ ਕੁਛ ਕਨਫੈਸ ਕਰਾ ਲਿਆ। ਉਹ ਆਪਣਾ ਜੁਰਮ ਉਹਨੇ ਇਕਬਾਲੇ ਜੁਰਮ ਕਰ ਲਿਆ। ਉਹ ਮੰਨ ਗਿਆ ਕਿ ਮੈਂ ਜੁਰਮ ਕੀਤਾ, ਇਸ ਤਰ੍ਹਾਂ ਕੀਤਾ, ਇਹ ਕੀਤਾ, ਉਹ ਕੀਤਾ। ਉਹ ਇਨਫੋਰਮੇਸ਼ਨ ਅਸੀਂ ਸ਼ੇਅਰ ਕੀਤੀ ਆਪਣੇ ਨਾਲ ਦੇ ਡਿਸਕਾਂ ਨਾਲ, ਬਾਕੀ ਸਾਰੇ ਪਾਸੇ ਵੀ, ਅਤੇ ਤੁਰੰਤ ਉਹ 'ਤੇ ਕਾਰਵਾਈ ਕਰਦੇ ਗੁਰਦਾਸਪੁਰ ਪੁਲਿਸ ਨੇ ਇਹਨਾਂ ਨੂੰ 4 ਬੰਦਿਆਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਉਹਨਾਂ ਨੇ ਇਹਨਾਂ ਕੋਲੋਂ 10,57,000 ਰੁਪਇਆ ਜਿਹੜਾ ਲੁੱਟ ਦਾ ਪੈਸਾ ਸੀਗਾ ਉਹ ਬਰਾਮਦ ਕਰ ਲਿਆ। ਮਾਸਟਰਮਾਈਂਡ ਕੋਲ ਸੀ 10 ਲੱਖ ਤੋਂ ਲੈ ਕੇ 10,57,000 ਤੋਂ ਲੈ ਕੇ ਅਤੇ 22 ਲੱਖ 'ਚ ਬਹੁਤ ਵੱਡਾ ਗੈਪ ਸੀਗਾ। ਸੋ ਫਿਰ ਅਸੀਂ ਸਾਰੇ ਬੰਦੇ ਪ੍ਰੋਡਕਸ਼ਨ ਮੋਡ 'ਤੇ ਲੈ ਕੇ ਆਂਦੇ, ਸਭ ਦੀ ਅਸੀਂ ਪੁੱਛਗਿੱਛ ਕੀਤੀ। ਤੋਂ ਪੁੱਛਗਿੱਛ ਤੋਂ ਇਹ ਐਸਟੈਬਲਿਸ਼ ਹੋਇਆ ਕਿ ਪੈਸਾ 22 ਲੱਖ ਨਹੀਂ 20 ਲੱਖ ਸੀਗਾ। 20 ਲੱਖ ਤੋਂ 3 ਲੱਖ ਬਰਾਮਦ ਹੋ ਗਿਆ। ਔਰ ਫਿਰ ਅਸੀਂ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ 1.5 ਲੱਖ, 2 ਬੰਦਿਆਂ ਨੇ ਵਿੱਚੋਂ ਜਿਨ੍ਹਾਂ ਨੂੰ ਹਿੱਸਾ ਮਿਲਿਆ ਸੀਗਾ, ਅਸੀਂ ਦੌਰਾਨੇ ਆਪਣੀ ਇੰਟਰੋਗੇਸ਼ਨ ਅਸੀਂ ਉਹ 3 ਲੱਖ ਰੁਪਇਆ ਵੀ ਅਸੀਂ ਹੈਗਾ ਉਹ ਅਸੀਂ ਬਰਾਮਦ ਕਰ ਲਿਆ ਬਕਾਇਦਾ। ਉਹ ਅਸੀਂ ਉਹਦੀ ਰਿਕਵਰੀ ਉਹਦੀ ਪਾ ਲਈ ਹੈ। ਹੁਣ ਤਕਰੀਬਨ 3 ਲੱਖ ਸਮਥਿੰਗ ਰਹਿ ਗਿਆ। ਉਹ 'ਚ ਇੱਕ ਅਕਿਊਜ਼ ਹਜੇ ਵੀ ਐਟ ਲਾਰਜ ਆ ਜਿਹੜਾ ਅਸੀਂ ਨੋਮੀਨੇਟ ਕਰ ਚੁੱਕੇ ਹਾਂ, ਪਰ ਤਫਤੀਸ਼ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ ਮੈਂ ਉਹਦਾ ਨਾਮ ਲੈਣਾ ਨਹੀਂ ਪਸੰਦ ਕਰਾਂਗਾ। ਇਜ਼ ਐਟ ਲਾਰਜ, ਉਹਦੇ ਵਾਸਤੇ ਅਸੀਂ ਕੁਛ ਰੇਡ ਕੀਤੇ ਅਸੀਂ। ਉਹ ਬੰਦਾ ਕਾਬੂ ਨਹੀਂ ਆਇਆ। ਅਗਰ ਉਹ ਆ ਗਿਆ ਜਿਹੜਾ ਬਾਕੀ 3,43,000 ਰੁਪਏ ਹੈਗਾ, ਆਈ ਐਮ ਸ਼ੋਰ ਉਹ ਵੀ ਬਰਾਮਦ ਹੋ ਜਾਏਗਾ। ਸੋ ਇਟਸ ਅ ਵੈਰੀ ਗੁੱਡ ਕੇਸ ਆਫ ਪੁਲਿਸ ਇਨਵੈਸਟੀਗੇਸ਼ਨ। ਮੈਂ ਹਮੇਸ਼ਾ ਆਪਣੀ ਟੀਮ ਨੂੰ, ਆਪਣੇ ਆਫਿਸਰਸ ਨੂੰ ਇਹੀ ਕਹਿਣਾ ਕਿ ਕ੍ਰਾਈਮ ਤਾਂ ਹੁੰਦਾ ਆ ਅਤੇ ਕ੍ਰਾਈਮ ਹੁੰਦਾ ਰਹਿਣਾ। ਕ੍ਰਾਈਮ ਹੋਇਆ ਅਤੇ ਸੰਸਾਰ ਬਣਿਆ। ਜੇ ਐਡਮ ਐਂਡ ਈਵ ਕ੍ਰਾਈਮ ਨਾ ਕਰਦੇ ਤਾਂ ਸੰਸਾਰ ਦੀ ਉਤਪਤੀ ਨਹੀਂ ਸੀ ਹੋਣੀ। ਸੋ ਅਗਰ ਕ੍ਰਾਈਮ ਹੋਏ, ਅੱਵਲ ਤਾਂ ਪੁਲਿਸ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਣੇ ਏਰੀਏ 'ਚ ਕ੍ਰਾਈਮ ਦੀ ਪ੍ਰੀਵੈਂਸ਼ਨ ਕੀਤੀ ਜਾਏ, ਕ੍ਰਾਈਮ ਹੋਣ ਤੋਂ ਰੋਕਿਆ ਜਾਏ। ਪਰ ਜੇਕਰ ਕਿਤੇ ਕ੍ਰਾਈਮ ਹੋ ਜਾਏ ਤਾਂ ਫਿਰ ਸਾਡਾ ਜ਼ੋਰ ਹੋਣਾ ਚਾਹੀਦਾ ਕਿ ਅਸੀਂ ਪੂਰਾ ਆਪਣਾ ਜ਼ੋਰ ਲਗਾ ਕੇ ਅਸੀਂ ਉਸ ਕ੍ਰਾਈਮ ਨੂੰ ਸੋਲਵ ਕਰੀਏ। ਐਂਡ ਆਈ ਐਮ ਵੈਰੀ ਹੈਪੀ ਕਿ ਪਿਛਲੇ ਮੇਰੇ ਟਾਈਮ ਦੇ ਦੌਰਾਨ ਅਸੀਂ ਤਕਰੀਬਨ ਸਾਰੇ ਬਲਾਈਂਡ ਮਰਡਰ 24 ਘੰਟੇ 'ਚੋਂ 72 ਘੰਟੇ 'ਚ ਅਸੀਂ ਸੋਲਵ ਕੀਤੇ ਹੈ। ਔਰ ਇਹ ਲੁੱਟ ਦੀ ਵਾਰਦਾਤ ਵੀ ਜਿਹੜੀ ਸੀਗੀ
ਅਸੀਂ ਇੱਕ ਹਫ਼ਤੇ ਅੰਦਰ ਅਸੀਂ ਟ੍ਰੇਸ ਕਰ ਲਿਆ ਸੀ। ਸਰ ਸੋ ਹੁਣ ਤੱਕ 13,57,000 ਰੁਪਏ ਜਿਹੜਾ ਹੈਗਾ ਹੁਣ ਤੱਕ ਰਿਕਵਰ ਹੋ ਚੁੱਕਾ, ਬਾਕੀ ਹੋਣਾ ਹੈਗਾ। ਮੁਖਤਾਰ 20 ਲੱਖ ਪੈਸੇ ਲਿਆ ਕੇ ਰੱਖ ਦਿੱਤੇ ਨੇ। ਟੋਟਲ 20 ਲੱਖ ਹੈ ਜੀ। ਟੋਟਲ 20 ਲੱਖ ਹੈ। ਸਰ ਉਹਨਾਂ 6 ਨੇ ਲੱਖ ਰਹਿ ਗਿਆ ਜਿਹੜਾ ਬਰਾਮਦ ਹੋਣ ਵਾਲਾ ਹੈ। ਬਰਾਮਦ ਸਿਰਫ ਉਹ ਚੋਂ 3 ਲੱਖ ਅਸੀਂ ਬਰਾਮਦ ਕਰ ਲਿਆ, 10,57 ਇੱਕ ਹੋ ਗਿਆ, 13,57,000 ਬਰਾਮਦ ਹੋ ਗਿਆ ਜੀ। ਹਾਂਜੀ ਤੇ ਮਤਲਬ ਸਿਰਫ 3,43,000 ਆਉਂਦੇ ਅੱਗੇ ਮਾਸਟਰਮਾਈਂਡ ਕੌਣ ਹੈ? 3 ਲੱਖ ਤੋਂ ਉਹਨਾਂ ਕੋਲ ਬਚ ਗਿਆ ਸੀ ਨਾ, ਉਹਨਾਂ ਕੋਲ ਓਕੇ ਰਾਈਟ। 3 ਬਚ ਗਿਆ ਸੀ ਉਹਨਾਂ ਕੋਲ ਜਿਹੜਾ ਸੀਗਾ। ਸਰ ਉਹਨਾਂ ਨੇ ਕਿਹਾ ਸੀਗਾ 22 ਲੱਖ ਦੀ ਲੁੱਟ ਹੋਈ ਹੈ, ਜਿਨ੍ਹਾਂ ਨਾਲ ਲੁੱਟ ਹੋਈ ਸੀ, ਜਾਂ ਕਿਉਂਕਿ देयर इज अ गैप ਆਫ 3 ਲੱਖ ਰੁਪਏ। ਉਹਨਾਂ ਦਾ ਨਸ਼ਾ ਮਤਲਬ ਆਈ ਵੁੱਡ ਨਾਟ ਲਾਈਕ ਟੂ ਸੇ, ਬਟ ਇਹ ਸਾਡਾ ਜਨਰਲ ਐਕਸਪੀਰੀਅੰਸ ਹੈ ਕਿ ਜਦੋਂ ਕਿਸੇ ਦੇ ਘਰ ਕੋਈ ਚੋਰੀ ਹੋਏ ਜਾਂ ਕੋਈ ਲੁੱਟ ਹੋਏ ਤਾਂ ਥੋੜਾ ਜਿਹਾ ਮਦਈ ਅਮਾਊਂਟ ਵਧਾ ਕੇ ਲਿਖਾਉਂਦੇ ਆ। ਲੋਕਾਂ 'ਚ ਇੱਕ ਧਾਰਨਾ ਹੈਗੀ ਆ ਕਿ ਪੁਲਿਸ ਨੇ ਕਿਹੜੇ ਸਾਰੇ ਪੈਸੇ ਵਾਪਸ ਕਰਨੇ ਆ, ਸੋ ਵਧਾ ਕੇ ਲਿਖਾ ਦਿਓ, ਸ਼ਾਇਦ ਸਾਡਾ ਜਿਹੜਾ ਮੇਨ ਪੈਸਾ ਹੈਗਾ ਉਹ ਪੂਰਾ ਹੋ ਜਾਏ। Well, I'm sorry to say it. I'm very, very sorry to say it and state it. But this is I've got a very long career and long experience. So, ਸਰ Yeah, ਲੋਕ now- ਹੈਗੇ, the people are here. Sir, now they are sure that it was 20 lakhs or they will be convinced. They will be convinced. They are convinced and they are very happy. ਉਹਨਾਂ ਸਭ ਨੇ ਮੈਨੂੰ ਇਸ ਗੱਲ ਦੀ ਵਧਾਈ ਦਿੱਤੀ ਹੈ ਕਿ ਅਸੀਂ ਤੁਹਾਡੀ ਤਫਤੀਸ਼ ਤੇ ਬਹੁਤ ਖੁਸ਼ ਹਾਂ। ਕੋਈ ਬਹੁਤ ਉਹਨਾਂ ਦੇ ਘਰ 'ਚ ਵੀ ਡਰ ਔਰ ਦਹਿਸ਼ਤ ਦਾ ਮਾਹੌਲ ਸੀਗਾ। ਉਹਨਾਂ ਨੂੰ ਵੀ ਇਹ ਸਮਝ ਨਹੀਂ ਸੀ ਆ ਰਹੀ ਵੀ ਸਾਡਾ ਕਿਹੜਾ ਬੰਦਾ ਹੈਗਾ ਮੇਨ ਜਿਹੜਾ ਹੈਗਾ। ਕੋਈ ਮਾਸਟਰਮਾਈਂਡ ਉਹਨਾਂ ਦਾ ਡਰਾਈਵਰ ਸੀਗਾ, ਉਹਨੇ ਫਿਰ ਆਪਣੇ ਬਾਕੀ ਬੰਦਿਆਂ ਨਾਲ ਦੋਸਤਾਂ ਨਾਲ ਮਿਲ ਕੇ ਤੇ ਜਿਹੜਾ ਸੀਗਾ ਇਹ ਕ੍ਰਾਈਮ ਨੂੰ ਅੰਜਾਮ ਦਿੱਤਾ।